ਸਤਿ ਸ਼੍ਰੀ ਅਕਾਲ ਜੀ। ਮੈਂ ਕਮਲਜੀਤ ਕੌਰ ਜੁਨੇਜਾ ਆਪ ਜੀ ਦੇ ਸਨਮੁਖ ਆਪਣੀ ਕਹਾਣੀ ਦੇਸ਼ ਦੀ ਪੂੰਜੀ ਰੱਖ ਰਹੀ ਹਾਂ। ਦੇਸ਼ ਦੀ ਪੂੰਜੀ। ਬਾਪੂ ਜੀ ਜ਼ਮੀਨ ਇੰਪਰੂਵਮੈਂਟ ਟਰਸਟ ਵਾਲੇ ਲੈ ਰਹੇ ਨੇ। ਸਰਕਾਰ ਨੇ ਕਾਬੂ ਕਰ ਲਈ ਤਾਂ ਆਪਣੇ ਹੱਥ ਕੁਝ ਨਹੀਂ ਲੱਗਣਾ। ਕੋਈ ਹੱਲ ਤਾਂ ਹੁਣ ਸਾਨੂੰ ਲੱਭਣਾ ਹੀ ਪੈਣਾ, ਵਰਿਆਮ ਸਿੰਘ ਨੇ ਕਿਹਾ। ਰਤਨ ਸਿੰਘ ਨੂੰ ਵਰਿਆਮੇ 'ਤੇ ਗੁੱਸਾ ਤਾਂ ਬਹੁਤ ਆਇਆ, ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਵਿਚਾਰੇ ਵਰਿਆਮ ਦਾ ਕੀ ਕਸੂਰ। ਗੱਲ ਤਾਂ ਉਹ ਸੱਚ ਹੀ ਕਹਿੰਦਾ। ਜੇ ਜ਼ਮੀਨ ਮਿੱਟੀ ਦੇ ਭਾਅ ਵਿਕ ਗਈ ਤਾਂ ਕੀ ਕਰਾਂਗੇ। 15 ਸਾਲ ਤੱਕ ਗਿਰਵੀ ਪਈ ਰਹੀ, ਅਦਾਲਤਾਂ ਦੇ ਚੱਕਰ ਕੱਢਦੇ ਪੈਰੀਂ ਛਾਲੇ ਪੈ ਗਏ। ਇਸ ਦੀ ਤਾਂ ਨਹੀਂ ਛੁਡਾਈ, ਇੱਕ ਦਿਨ ਮਿੱਟੀ ਦੇ ਭਾਅ ਵਿਕ ਜਾਏ। ਬਾਪੂ ਜੀ ਕਿਹੜੀ ਸੋਚੀ ਪੈ ਗਏ, ਵਰਿਆਮ ਨੇ ਕਿਹਾ। ਮੈਂ ਸਮਝਦਾ ਤੁਹਾਡੇ 'ਤੇ ਕੀ ਬੀਤ ਰਹੀ ਹੈ, ਪਰ ਕੀ ਕਰੀਏ, ਚਾਰਾ ਵੀ ਤਾਂ ਕੋਈ ਨਹੀਂ। ਸਾਨੂੰ ਇਸ ਨਾਲ ਪਿਆਰ ਹੈ ਕਿਉਂਕਿ ਅਸੀਂ ਇਹਨੂੰ ਬੱਚੇ ਵਾਂਗ ਪਾਲਿਆ, ਗੋਡਿਆ, ਵਾਹਿਆ, ਸਿੰਜਿਆ। ਇਸੇ ਦੇ ਸਿਰ 'ਤੇ ਅਸੀਂ ਪੜ੍ਹੇ, ਸਾਡੀਆਂ ਭੈਣਾਂ ਦੇ ਵਿਆਹ ਹੋਏ, ਗਿਰਵੀ ਰੱਖ ਕੇ ਕਰਜ਼ਾ ਚੁੱਕਿਆ ਅਤੇ ਛੋਟੀ ਭੈਣ ਦੇ ਸਹੁਰਿਆਂ ਦੇ ਖੁੱਲ੍ਹੇ ਮੂੰਹ ਬੰਦ ਕਰ ਦਿੱਤੇ। ਅਸੀਂ ਛੇਤੀ ਹੀ ਚਾਰ ਦੀਵਾਰੀ ਪਾਵਾਂਗੇ ਅਤੇ ਫਿਰ ਹੱਦਬੰਦੀ ਕਰਕੇ ਕਲੋਨੀ ਬਣਾਉਣ ਦੀ ਸੋਚਾਂਗੇ। ਪਰਸੋਂ ਤੱਕ ਦੋਵੇਂ ਭਰਾ ਵੀ ਆ ਜਾਣਗੇ। ਮੈਂ ਫੋਨ ਕਰ ਦਿੱਤਾ। ਉਹਨਾਂ ਦੀ ਸਲਾਹ ਕਰਕੇ ਇੰਪਰੂਵਮੈਂਟ ਟਰਸਟ ਦੇ ਹੱਥ ਪੈਣ ਤੋਂ ਪਹਿਲਾਂ ਹੀ ਕੋਈ ਸਹੀ ਕਦਮ ਚੁੱਕ ਲਾਂਗੇ। ਰਤਨ ਸਿੰਘ ਦੀਆਂ ਅੱਖਾਂ 'ਚ ਹੰਝੂ ਆ ਗਏ। ਦੂਰ ਤੱਕ ਫੈਲੀ ਫਸਲ ਵੱਲ ਵੇਖ ਕੇ ਠੰਡਾ ਸਾਹ ਭਰ ਕੇ ਉਸਨੇ ਕਿਹਾ, ਸਰਕਾਰ ਤਾਂ ਕਦੀ ਸਾਡੀ ਤਰ੍ਹਾਂ ਉੱਤੋਂ ਅਸਮਾਨ ਵੱਲ ਨਹੀਂ ਤੱਕਦੀ। ਜਦੋਂ ਫਸਲ ਪੱਕ ਕੇ ਤਿਆਰ ਖੜ੍ਹੀ ਹੁੰਦੀ ਏ, ਅੱਧੀ ਰਾਤੀ ਮਾੜਾ ਜਿਹਾ ਬੱਦਲ ਦਿਸਦੇ ਹੀ ਦੋਵੇਂ ਹੱਥ ਜੋੜ ਕੇ ਮਿੰਨਤਾਂ ਕਰਦਿਆਂ ਸਾਡੇ ਮੂੰਹੋਂ ਮਿਹਰ ਕਰੀ ਦਾਤਿਆ ਨਿਕਲਦਾ। ਢਿੱਡ ਤਾਂ ਰੋਟੀ ਨਾਲ ਹੀ ਭਰਦਾ, ਰੋਟੀ ਬਾਰੇ ਦਿੱਤੇ ਭਾਸ਼ਣਾਂ ਨੂੰ ਸੁਣਨ ਨਾਲ ਨਹੀਂ। ਕਲੋਨੀਆਂ 'ਚ ਪੈਲਾਂ ਪਾਉਂਦੇ ਮੋਰਾਂ ਨੂੰ ਦੇਖਣ ਨਾਲ ਅਤੇ ਕੋਠੀਆਂ ਬਾਂਗਾਂ ਦਿੰਦੇ ਮੁਰਗਿਆਂ ਨੂੰ ਸੁਣਨ ਵਾਲੀ ਸਰਕਾਰ ਨੇ ਸਾਨੂੰ ਕੀ ਦੇਣਾ। ਵਰਿਆਮ ਨੂੰ ਖੂਹ ਦੇ ਬਨੇਰੇ 'ਤੇ ਬਹਿੰਦੇ ਹੀ ਸ਼ਹਿਤੂਤ ਦੇ ਰੁੱਖ 'ਤੇ ਪਈ ਪੀਂਘ ਦੇਖ ਕੇ ਯਾਦ ਆਇਆ। ਇਸੇ ਪੀਂਘ 'ਤੇ ਹੀ ਉਸਨੇ, ਉਸਦੇ ਬੱਚਿਆਂ ਨੇ ਅਤੇ ਫਿਰ ਉਸਦੇ ਪੋਤੇ ਪੋਤਰੀਆਂ ਨੇ ਹੁਲਾਰੇ ਖਾਧੇ। ਦਿੱਲੀ ਤੋਂ ਆਇਆ ਉਸਦੀ ਭੈਣ ਦਾ ਪੋਤਰਾ ਤਾਂ ਸਾਰਾ ਦਿਨ ਝੂਰਦਾ ਰਹਿੰਦਾ ਸੀ, ਰੋਟੀ ਵੀ ਹੱਥ 'ਚ ਫੜ ਕੇ ਪੀਂਘ 'ਤੇ ਬੈਠੇ ਬੈਠੇ ਹੀ ਖਾਂਦਾ ਸੀ। ਬਾਪੂ ਦੀ ਰੋਣ ਦੀ ਆਵਾਜ਼ ਸੁਣ ਕੇ ਉਹਦੀ ਤੰਦ ਟੁੱਟੀ। ਉਹ ਧਰਵਾਸ ਦੇਣ ਲੱਗਿਆ ਤਾਂ ਰਤਨ ਸਿੰਘ ਨੇ ਕਿਹਾ, ਮੇਰਾ ਤਾਂ ਜੀਅ ਕਰਦਾ ਖੇਤਾਂ 'ਚ ਵੜ ਕੇ ਹਮੇਸ਼ਾ ਲਈ ਸੌਂ ਜਾਵਾਂ। ਸ਼ਾਇਦ ਰੱਬ ਦੀ ਇਹੋ ਮਰਜ਼ੀ ਹੈ, ਮੈਥੋਂ ਇਹ ਸਭ ਨਹੀਂ ਦੇਖ ਹੋਣਾ। ਉਸਨੇ ਆਪਣੇ ਬਾਪੂ ਨੂੰ ਇੰਝ ਗੱਲ ਨਾਲ ਲਾ ਲਿਆ ਜਿਵੇਂ ਉਹ ਪਿਓ ਦੀ ਬਜਾਏ ਉਹਦਾ ਪੁੱਤ ਹੋਵੇ। ਦੋਵੇਂ ਭਰਾ ਆਏ ਤਾਂ ਕਲੋਨੀ ਬਣਨ ਵਾਲੀ ਗੱਲ ਪੱਕੀ ਹੋ ਗਈ ਅਤੇ ਇਹ ਵੀ ਤੈਅ ਹੋ ਗਿਆ ਕਿ ਜਦੋਂ ਤੱਕ ਸਾਰਾ ਕੰਮ ਨੇਪਰੇ ਨਾ ਚੜ੍ਹੇ, ਬਾਪੂ ਬੰਬਈ ਵਾਲੇ ਵੱਡੇ ਪੁੱਤਰ ਕੋਲ ਰਹੇਗਾ। ਰਤਨ ਸਿੰਘ ਵੀ ਕਲੇਜੇ 'ਤੇ ਸਿਰ ਧਰ ਕੇ ਰੱਬ ਦਾ ਭਾਣਾ ਮੰਨ ਕੇ ਬੀਬੇ ਬੱਚੇ ਵਾਂਗ ਚੁੱਪਚਾਪ ਚਲਾ ਗਿਆ। ਬੰਬਈ ਦੀਆਂ ਅਸਮਾਨ ਛੂੰਹਦੀਆਂ ਇਮਾਰਤਾਂ ਦੇਖ ਕੇ ਰਤਨ ਸਿੰਘ ਹੈਰਾਨ ਰਹਿ ਗਿਆ। ਕਬੂਤਰਖਾਨੇ ਵਰਗੇ ਘਰ ਵਿੱਚ ਉਸਦਾ ਦਮ ਘੁੱਟਦਾ। ਹੇਠਾਂ ਰਹਿਣ ਵਾਲੇ ਉੱਪਰ ਵਾਲਿਆਂ ਨੂੰ ਨਹੀਂ ਜਾਣਦੇ, ਕਿਸੇ ਨੂੰ ਨਮਸਕਾਰ ਕਰੋ ਤਾਂ ਜਵਾਬ ਤੱਕ ਨਹੀਂ ਮਿਲਦਾ। ਪੋਤਰੇ ਦੇ ਇੱਕ ਦੋਸਤ ਦੇ ਸਿਰ 'ਤੇ ਹੱਥ ਫੇਰ ਕੇ ਉਸਨੇ ਅਸੀਸ ਦਿੱਤੀ ਤਾਂ ਜਵਾਬ 'ਚ ਸਿਰ ਨਿਵਾਉਣ ਦੀ ਜਗ੍ਹਾ ਉਹਨੇ ਵਾਲਾਂ 'ਚ ਦੁਬਾਰਾ ਕੰਘੀ ਫੇਰੀ। ਨੂੰਹ ਅਤੇ ਪੁੱਤਰ ਸਵੇਰੇ 7 ਵਜੇ ਨੌਕਰੀਆਂ 'ਤੇ ਚਲੇ ਜਾਂਦੇ। ਉਹ ਪਿੰਜਰੇ ਵਰਗੇ ਆਪਣੇ ਕਮਰੇ ਵਿੱਚ ਕਿਸੇ ਕੈਦ ਕੀਤੇ ਚਿੜੇ ਵਾਂਗ ਬਹਿ ਜਾਂਦਾ। ਸ਼ਾਮ ਨੂੰ ਫਰਿੱਜ ਦੀਆਂ ਬਹੀਆਂ ਸਬਜ਼ੀਆਂ ਨਾਲ ਰੋਟੀ ਖਾਣ ਦੀ ਬਜਾਏ ਉਸਦਾ ਬੱਚਿਆਂ ਨਾਲ ਗੱਲਾਂ ਕਰਨ ਨੂੰ ਜੀਅ ਕਰਦਾ ਤਾਂ ਉਹ ਦਿਨ ਭਰ ਦੀ ਭੱਜ ਦੌੜ ਤੋਂ ਬਾਅਦ ਥੱਕੇ ਟੁੱਟੇ ਸੌਣ ਦੀ ਜਲਦੀ 'ਚ ਹੁੰਦੇ। ਘਰੋਂ ਬਾਹਰ ਨਿਕਲਦਾ ਤਾਂ ਬੋਤਲ ਦੇ ਦੁੱਧ ਦੀ ਚਾਹ ਨਾਲੀ ਵਿੱਚ ਰੋੜਨ ਦਾ ਜੀਅ ਕਰਦਾ, ਅਸਮਾਨ 'ਚ ਉਡਦੀਆਂ ਕੂੰਜਾਂ ਦੇਖਣ ਦਾ ਜੀਅ ਕਰਦਾ, ਖੇਤਾਂ ਵਿੱਚ ਹਲ ਵਾਹਣ ਦਾ ਜੀਅ ਕਰਦਾ, ਗਲੀ ਵਿੱਚ ਭੰਗੜਾ ਪਾਉਣ ਦਾ ਜੀਅ ਕਰਦਾ, ਲੰਬੀ ਛਾਲ ਮਾਰ ਕੇ ਪਿੰਡ ਜਾ ਪਹੁੰਚਣ ਦਾ ਜੀਅ ਕਰਦਾ।
ਇਮਾਰਤਾਂ ਨੂੰ ਢਾਹ ਕੇ ਪੱਧਰ ਕੀਤੀ ਜ਼ਮੀਨ 'ਤੇ ਠੰਡੀ ਹਵਾ ਦਾ ਸਵਾਦ ਲੈਣ ਦਾ ਜੀਅ ਕਰਦਾ। ਦਿਨ ਨੂੰ ਚਿੰਤਾ ਰਾਤ ਕਿੱਦਾਂ ਬੀਤੂ ਤੇ ਰਾਤ ਨੂੰ ਦਿਨ। ਆਪਣੀ ਜਗ੍ਹਾ 'ਤੇ ਨੂੰਹ ਪੁੱਤਰ ਮਾੜੇ ਨਹੀਂ ਸਨ। ਉੱਥੇ ਜ਼ਿੰਦਗੀ ਹੀ ਇੱਦਾਂ ਦੀ ਸੀ ਕਿ ਕਿਸੇ ਕੋਲ ਕਿਸੇ ਵਾਸਤੇ ਵਕਤ ਹੀ ਨਹੀਂ ਸੀ। ਦਿਲ ਤਾਂ ਲੋਕਾਂ ਨੇ ਜਿੱਦਾਂ ਪਿਛਵਾੜੇ ਸੁੱਟੇ ਹੋਣ। ਉਹਦਾ ਜੀਅ ਕਰਦਾ ਛਲਾਂਗਾਂ ਮਾਰ ਕੇ ਪਿੰਡ ਪਹੁੰਚ ਜਾਏ। ਕਿਹੋ ਜਿਹਾ ਜੀਵਨ ਜਿਉਂਦੇ ਨੇ ਇੱਥੋਂ ਦੇ ਲੋਕ, ਨਾ ਕੋਈ ਸੁੱਖ ਦਾ ਨਾ ਕੋਈ ਦੁੱਖ ਦਾ। ਪਤਾ ਨਹੀਂ ਮੈਨੂੰ ਇੰਜ ਲੱਗ ਰਿਹਾ ਜਾਂ ਲੋਕੀ ਸੈਰ ਕਿੱਥੇ ਕਰਦੇ ਹੋਣੇ ਨੇ। ਮੈਂ ਤਾਂ ਇੱਕ ਦਿਨ 'ਚ ਹੀ ਥੱਕ ਹਾਰ ਕੇ ਸੌਂ ਗਿਆ। ਜਦ ਪੁੱਤ ਬੱਸ 'ਤੇ ਲੈ ਗਿਆ ਸੀ ਅਲਫੈਟਾ ਦਿਖਾਉਣ, ਬੱਸ ਲੈਣ ਵੇਲੇ ਹੀ ਉਸਦੀ ਤਾਂ ਬੱਸ ਹੋ ਗਈ ਸੀ। ਜਦ ਭੱਜ ਭੱਜ ਕੇ ਲੋਕੀ ਬੱਸ ਚੜ੍ਹੀ ਜਾਣ, ਉਹ ਡਰਦਾ ਰਿਹਾ ਤੇ 2 ਬੱਸਾਂ ਲੰਘ ਗਈਆਂ। ਅਗਲੀ 'ਚ ਮੁੰਡੇ ਨੇ ਪਹਿਲਾਂ ਚੜ੍ਹ ਕੇ ਉਹਦੀ ਬਾਂਹ ਫੜ ਕੇ ਚੜ੍ਹਾਇਆ ਤੇ ਉੱਥੇ ਜਾ ਕੇ ਮੂਰਤੀਆਂ ਤਾਂ ਕੀ ਦੇਖਣੀਆਂ ਇਹੀ ਸੋਚਦਾ ਰਿਹਾ, ਵਾਪਸ ਕਿੱਦਾਂ ਪਹੁੰਚੂਗਾ। ਫਿਰ ਬੱਸ ਫੜਨੀ ਪਊ। ਇਹਦੇ ਤੋਂ ਆਪਣਾ ਟਰੈਕਟਰ ਚੰਗਾ, ਸੜਕ ਵੀ ਆਪਣੀ, ਬੰਦੇ ਵੀ ਆਪਣੇ, ਹੋਰ ਤਾਂ ਹੋਰ ਹਵਾ ਪਾਣੀ ਵੀ ਆਪਣੇ। PTC ਚੈਨਲ ਤੋਂ ਸ਼ੁਕਰ ਹੈ ਦਰਬਾਰ ਸਾਹਿਬ ਦਾ ਪ੍ਰੋਗਰਾਮ ਆਉਂਦਾ, ਨਹੀਂ ਤਾਂ ਕਮਲਾ ਹੋ ਜਾਂਦਾ। ਕੱਲਾ ਬੈਠਾ ਹੁੰਦਾ। ਨੂੰਹ ਪੁੱਤ ਨੇ ਤਾਂ ਦਫ਼ਤਰ ਜਾਣਾ ਹੁੰਦਾ ਤੇ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਘਰ ਆਉਂਦੇ ਨੇ। ਐਤਵਾਰ ਨੂੰ ਪੁੱਛਦੇ ਨੇ, ਟਿਕਾ ਲਿਆਈਏ ਬਾਪੂ ਜੀ ਮੱਥਾ। ਮਨ ਤਾਂ ਪਹਿਲਾਂ ਹੀ ਸੜਿਆ ਪੁੱਜਿਆ ਹੁੰਦਾ। ਕਹਿ ਦਿੰਦਾ, ਟੇਕ ਆਓ ਤੁਸੀਂ, ਜ਼ਰੂਰੀ ਕੋਈ ਪਿਛਲੇ ਜਨਮ 'ਚ ਭੈੜਾ ਕਰਮ ਕੀਤਾ ਹੋਣਾ ਜਿਹੜਾ ਅਜਿਹੇ ਸ਼ਹਿਰ 'ਚ ਫਸ ਗਿਆ। ਸੋਰੀ ਦਾ ਲੱਗਦਾ ਜਿੱਦਾਂ ਪੱਥਰਾਂ 'ਚ ਸ਼ੀਸ਼ਾ ਕੈਦ ਹੋ ਗਿਆ। ਅਖੀਰ ਉਹ ਦਿਨ ਵੀ ਆ ਗਿਆ ਜਿਸ ਦਿਨ ਵਰਿਆਮ ਨੇ ਆਉਣਾ ਸੀ। ਟਰੈਕਟਰ ਦੀ ਥਾਂ ਉਹ ਕਾਰ 'ਤੇ ਆਇਆ ਸੀ। ਰਤਨ ਸਿੰਘ ਆਪਣੇ ਆਪ ਨੂੰ ਸੰਭਾਲ ਨਹੀਂ ਸੀ ਸਕਦਾ ਪਿਆ। ਬੇਸ਼ੱਕ ਪਤਾ ਲੱਗਾ ਸੀ ਕਿ ਜ਼ਮੀਨ ਦੀ ਥਾਂ ਕਲੋਨੀ ਲੈ ਗਈ। ਅਗਲੇ ਦਿਨ ਵਰਿਆਮ ਬਾਪੂ ਨਾਲ ਉਸ ਸੜਕ 'ਤੇ ਸੀ ਜਿਹਦੇ ਹੇਠਾਂ ਕਮਾਦ ਦੀ ਫਸਲ ਹੁੰਦੀ ਸੀ, ਪਰ ਬਾਪੂ ਨੂੰ ਪਤਾ ਨਾ ਲੱਗਾ। ਇੱਕ ਵੱਡੇ ਸਾਰੇ ਫਾਟਕ ਅੱਗੇ ਕਾਰ ਰੁਕੀ। ਦੋਵੇਂ ਪੁੱਤਰ, ਨੂੰਹਾਂ, ਪੋਤੇ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਰਤਨ ਸਿੰਘ ਕਹਿਣ ਲੱਗਾ, ਵਰਿਆਮਿਆ ਆਹ ਕੀ? ਬਾਪੂ ਜੀ, ਇਹੀ ਤਾਂ ਕਲੋਨੀ ਹੈ। ਇਹਦੇ 'ਚੋਂ ਇੱਕ ਪਲਾਟ ਅਸੀਂ ਆਪਣੇ ਲਈ ਰੱਖਿਆ ਏ। ਅੰਦਰ ਆਪਣਾ ਕਮਰਾ ਤਾਂ ਦੇਖੋ। ਡਾਈਨਿੰਗ ਟੇਬਲ 'ਤੇ ਖਾਣਾ ਲੱਗਾ ਹੋਇਆ ਸੀ। ਪਰ ਰਤਨ ਸਿੰਘ ਨੇ ਤਾਂ ਆਪਣਾ ਕਮਰਾ ਵੇਖਣਾ ਸੀ। ਦੇਖ ਕੇ ਉਹ ਹੈਰਾਨ ਰਹਿ ਗਿਆ। AC, ਡਬਲ ਬੈੱਡ, ਅਟੈਚ ਬਾਥਰੂਮ। ਉਸਨੂੰ ਇਉਂ ਲੱਗਾ ਜਿਵੇਂ ਵਰਿਆਮ ਬੰਬਈ ਦਾ ਕਬੂਤਰਖਾਨਾ ਇੱਥੇ ਚੁੱਕ ਲਿਆਇਆ ਹੋਵੇ। ਰੋਟੀ ਖਾ ਪੀ ਕੇ ਜਦ ਸਾਰੇ ਸੌਂ ਗਏ ਤਾਂ ਇੱਕਦਮ ਖੜਕੇ ਦੀ ਆਵਾਜ਼ ਆਈ। ਸਾਰੇ ਉੱਠ ਕੇ ਬਹਿ ਗਏ। ਰਤਨ ਸਿੰਘ ਹਨੇਰੇ 'ਚ ਘਰ ਦੇ ਖੂੰਜੇ 'ਚ ਜ਼ੋਰ ਦੀ ਕਹੀਆਂ ਮਾਰੀ ਜਾ ਰਿਹਾ ਸੀ ਤੇ ਕਹੀ ਜਾ ਰਿਹਾ ਸੀ, ਮੇਰੀਆਂ ਫਸਲਾਂ ਦਬ ਗਈਆਂ, ਸਾਹ ਘੁੱਟ ਗਿਆ ਫਸਲਾਂ ਦਾ, ਕੁਝ ਕਰੋ, ਉਹ ਕੁਝ ਕਰੋ। ਵਰਿਆਮੇ ਨੇ ਬਾਪੂ ਦੇ ਹੱਥੋਂ ਕਹੀ ਖੋਹ ਲਈ। ਆਹ ਬਾਪੂ ਕੀ ਕਰੀ ਜਾਂਦਾ? ਰਤਨ ਸਿੰਘ ਨੇ ਜੁੱਤੀ ਪਾਈ ਤੇ ਸਿਰ 'ਤੇ ਪੱਗ ਰੱਖ ਘਰੋਂ ਬਾਹਰ ਨਿਕਲ ਪਿਆ ਤੇ ਉੱਚੀ ਆਵਾਜ਼ਾਂ ਮਾਰਨ ਲੱਗਾ, ਸਾਰੇ ਨਿਕਲੋ ਘਰਾਂ 'ਚੋਂ ਬਾਹਰ, ਆਓ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਚੱਲੀਏ। ਵਧੇਰੇ ਰੁੱਖ ਲਾਓ, ਖੁਸ਼ਹਾਲੀ ਵਧਾਓ, ਵਣਾਂ ਨੂੰ ਨਾ ਵੱਢੋ। ਤੜਕੇ 5 ਵਜੇ ਵਿਸ਼ਾਲ ਜਲੂਸ ਰਤਨ ਸਿੰਘ ਦੇ ਨਾਲ ਉੱਚੀ ਇਹ ਨਾਅਰੇ ਲਾਉਂਦਾ ਚੱਲ ਰਿਹਾ ਸੀ, ਬੰਦ ਕਰੋ ਝੂਠ ਬੋਲਣਾ। ਰੁੱਖ ਖੁਸ਼ਹਾਲੀ ਦਾ ਪ੍ਰਤੀਕ ਨੇ, ਰੁੱਖ ਦੇਸ਼ ਦੀ ਪੂੰਜੀ ਨੇ, ਰੁੱਖ ਦੇਸ਼ ਦੀ ਪੂੰਜੀ ਨੇ। ਬਹੁਤ ਬਹੁਤ ਧੰਨਵਾਦ ਜੀ।